अस्सलाम वालेकुम। प्रोग्राम हरियाली दे नाल डॉक्टर महमूद कुरैशी तुहाडी खिदमत 'ਚ हाज़र है। नाज़रीन, साडा अज दा मौजू जिहड़ा है वो फुट एंड माउथ डिजीज़ है। ये जिहड़ी बीमारी है साडे जिहड़े जिमीदार काश्तकार ते जानवर पाल भरा ने ਉਹ ਇਹਨੂੰ ਮੂੰਹ ਖੁਰ ਦੇ ਨਾਂ ਤੋਂ ਜਾਣਦੇ ਨੇ। ਅਸੀਂ ਅੱਜ ਵੇਖਦੇ ਹਾਂ ਕਿ ਇਹ ਜਿਹੜੀ ਬਿਮਾਰੀ ਹੈ ਇਹ ਕਿਹੜੇ ਜਾਨਵਰਾਂ ਨੂੰ ਹੁੰਦੀ ਹੈ, ਕਿਹੜੀ ਉਮਰ 'ਚ ਹੁੰਦੀ ਹੈ ਅਤੇ ਇਹਦੀਆਂ ਅਲਾਮਤਾਂ ਕੀ ਹੁੰਦੀਆਂ, ਇਹਦਾ ਇਲਾਜ ਕਿਆ ਮੁਮਕਿਨ ਹੈ ਅਤੇ ਹਿਫਾਜ਼ਤੀ ਟੀਕਿਆਂ ਦੇ ਬਾਰੇ ਵੀ ਗੱਲ ਕਰਾਂਗੇ। ਅਤੇ ਅਸੀਂ ਅੱਜ ਫੁੱਟ ਐਂਡ ਮਾਊਥ ਡਿਜ਼ੀਜ਼ ਸੈਂਟਰ ਲਾਹੌਰ ਅਸੀਂ ਆਏ ਹਾਂ ਅਤੇ ਇੱਥੇ ਵੈਕਸੀਨ ਬਣਦੀ ਹੈ। ਵੈਕਸੀਨ ਯਾਨੀ ਹਿਫਾਜ਼ਤੀ ਟੀਕੇ, ਅਤੇ ਇਹ ਦੇਖਦੇ ਹਾਂ ਕਿ ਹਿਫਾਜ਼ਤੀ ਟੀਕੇ ਜਿਹੜੇ ਨੇ ਫੁੱਟ ਐਂਡ ਮਾਊਥ ਡਿਜ਼ੀਜ਼ ਦੇ ਕਿਵੇਂ ਬਣਦੇ ਨੇ। ਆਓ ਮੇਰੇ ਨਾਲ। ਡਾਕਟਰ ਰਾਸ਼ਿਦ ਮੁਨੀਰ ਖਾਜਾ ਸਾਹਿਬ, ਮੈਂ ਇਹ ਪੁੱਛਣਾ ਚਾਹਾਂਗਾ ਕਿ ਅਸੀਂ ਜਿਹੜਾ ਲਫ਼ਜ਼ ਸੁਣਨੇ ਆ FM ਡਿਜ਼ੀਜ਼, ਫੁੱਟ ਐਂਡ ਮਾਊਥ ਡਿਜ਼ੀਜ਼, ਅਤੇ ਇਹਨੂੰ ਮੂੰਹ ਖੁਰ ਵੀ ਕਹਿੰਦੇ ਨੇ, ਅਤੇ ਇਹ ਜਿਹੜੀ ਬਿਮਾਰੀ ਇਹ ਹੁੰਦੀ ਕੀ ਹੈ? ਬਹੁਤ ਸ਼ੁਕਰੀਆ ਜਨਾਬ ਡਾਕਟਰ ਸਾਹਿਬ। ਸਭ ਤੋਂ ਪਹਿਲੇ ਤਾਂ ਮੈਂ ਤੁਹਾਨੂੰ ਦੱਸਾਂਗਾ ਕਿ ਇਹ ਮੂੰਹ ਖੁਰ ਬਿਮਾਰੀ ਜਿਹੜੀ ਹੈ ਇਹ ਜਾਨਵਰਾਂ ਦੀ ਚੌਪਾਇਆਂ ਦੀ ਇੱਕ ਇੰਤਹਾਈ ਅਹਿਮ ਬਿਮਾਰੀ ਹੈ। ਇਹ ਬਿਮਾਰੀ ਸਾਡੇ ਮੁਲਕ ਦੇ ਅੰਦਰ ਗਾਵਾਂ ਨੂੰ, ਮੱਝਾਂ ਨੂੰ ਤਾਂ ਮੁਤਾਸਰ ਕਰਦੀ ਹੈ, ਇਹਦੇ ਨਾਲ ਭੇਡਾਂ ਬੱਕਰੀਆਂ ਵੀ ਇਹ ਤੋਂ ਮੁਤਾਸਰ ਹੋ ਸਕਦੀਆਂ ਨੇ। ਇਹ ਬਿਮਾਰੀ ਇੱਕ ਵਾਇਰਸ ਦੀ ਵਜ੍ਹਾ ਤੋਂ ਹੁੰਦੀ ਹੈ ਜਿਹਨੂੰ ਮੂੰਹ ਖੁਰ ਦਾ ਵਾਇਰਸ ਕਹਿੰਦੇ ਨੇ। ਉਹਦੀਆਂ ਦੁਨੀਆ 'ਚ 7 ਕਿਸਮਾਂ ਨੇ, ਜਦਕਿ ਸਾਡੇ ਮੁਲਕ ਦੇ ਅੰਦਰ ਇਸ ਵਾਇਰਸ ਦੀਆਂ 3 ਕਿਸਮਾਂ ਨੇ। ਇਸ ਵਕਤ ਅਗਰ ਪੂਰੀ ਦੁਨੀਆ ਜਿਹੜੀ ਹੈ ਉਹ ਕਿਸੇ ਬਿਮਾਰੀ ਨੂੰ ਖ਼ਤਮ ਕਰਨ ਦੇ ਚੱਕਰ ਦੇ ਵਿੱਚ ਹੈਗੀ ਤਾਂ ਉਹ ਮੂੰਹ ਖੁਰ ਦੀ ਬਿਮਾਰੀ ਹੈ। ਇਸ ਬਿਮਾਰੀ ਦੀਆਂ ਅਲਾਮਤਾਂ ਦੇ ਵਿੱਚ ਜਾਨਵਰ ਦੇ ਜਿਹੜੇ ਮੂੰਹ ਦੇ ਅੰਦਰ ਛਾਲੇ ਬਣ ਜਾਂਦੇ ਨੇ, ਉਹਦੇ ਪੈਰਾਂ ਦੇ ਉੱਤੇ ਛਾਲੇ ਬਣ ਜਾਂਦੇ ਨੇ, ਔਰ ਇਸ ਤੋਂ ਇਲਾਵਾ ਉਹਦੇ ਥਣਾਂ 'ਤੇ ਵੀ ਛਾਲੇ ਹੋ। ਅੱਛਾ ਡਾਕਟਰ ਸਾਹਿਬ, ਤੁਸੀਂ ਜ਼ਿਕਰ ਕੀਤਾ ਹੈ ਕਿ ਇਹ ਇੱਕ ਵਾਇਰਲ ਡਿਜ਼ੀਜ਼ ਹੈ, ਅਤੇ ਕਿਆ ਇਹ ਬਿਮਾਰੀ ਜਿਹੜੀ ਹੈ ਇਹ ਇਨਸਾਨਾਂ ਨੂੰ ਵੀ ਲੱਗ ਸਕਦੀ ਹੈ? ਨਹੀਂ ਜੀ, ਇਹ ਇਨਸਾਨਾਂ ਨੂੰ ਐਸ ਸੱਚ ਤੇ ਮੁਤਾਸਰ ਨਹੀਂ ਕਰਦੀ ਕਿ ਮਤਲਬ ਕੋਈ ਇਨਸਾਨਾਂ 'ਚ ਅਲਾਮਤਾਂ ਹਨ, ਲੇਕਿਨ ਇਹ ਜ਼ਰੂਰ ਹੈਗਾ ਕਿ ਇਹ ਬਿਮਾਰੀ ਜਿਹੜੀ ਅਗਰ ਕੋਈ ਬਿਮਾਰ ਜਾਨਵਰ ਕੋਈ ਇਨਸਾਨ ਜਾਵੇ ਅਤੇ ਉਹ ਤੋਂ ਜਰਾਸੀਮ ਲੈ ਕੇ ਅਤੇ ਉਹ ਸਿਹਤਮੰਦ ਜਾਨਵਰ ਨੂੰ ਮੁੰਤਕਿਲ ਕਰ ਸਕਦਾ ਹੈ। ਇਸ ਲਿਹਾਜ਼ ਨਾਲ ਇਸ ਬਿਮਾਰੀ ਦੀ ਬੜੀ ਅਹਿਮੀਅਤ ਹੈ ਕਿ ਜਦੋਂ ਇਹ ਫੈਲਦੀ ਹੈ ਅਤੇ ਫਿਰ ਇਹਨਾਂ ਹੀ ਅਸਬਾਬ ਦੀ ਵਜ੍ਹਾ ਤੋਂ ਜ਼ਿਆਦਾ ਫੈਲਦੀ ਹੈ ਕਿ ਇਨਸਾਨਾਂ ਦੇ ਰਾਹੀਂ, ਕੋਈ ਦੂਸਰੇ ਜਾਨਵਰਾਂ ਦੇ ਰਾਹੀਂ, ਕੁਝ ਉੱਥੇ ਕੋਈ ਹੋਰ ਤੁਸੀਂ ਕੋਈ ਕੁੱਤੇ ਬਿੱਲੀਆਂ ਵਗੈਰਾ ਰੱਖੇ ਨੇ, ਉਹ ਕੋਈ ਕਾਂ ਸ਼ਾਂ ਚਿੜੀਆਂ, ਇਸੇ ਤਰ੍ਹਾਂ ਕੋਈ ਐਸੀ ਚੀਜ਼ ਜਿਹੜੀ ਕਿ ਕਾਮਨਲੀ ਯੂਜ਼ ਹੁੰਦੀ ਹੈ, ਜਿਹੜੀ ਇਕੱਠੀ ਯੂਜ਼ ਹੁੰਦੀ ਹੈ ਜਾਨਵਰਾਂ ਦੇ ਦਰਮਿਆਨ, ਉਹ ਬਾਇਸ ਬਣ ਸਕਦੀ ਹੈ। ਡਾਕਟਰ ਖਾਜਾ ਸਾਹਿਬ, ਮੈਂ ਆਪਣੇ ਨਾਜ਼ਰੀਨ ਵਾਸਤੇ ਵੀ ਪੁੱਛਣਾ ਚਾਹਾਂਗਾ ਕਿ ਅਗਰ ਇੱਕ ਜਾਨਵਰ ਬਿਮਾਰ ਹੈ, ਮੂੰਹ ਖੁਰ ਦੀ ਉਹਨੂੰ ਸ਼ਿਕਾਇਤ ਹੋਈ ਹੈ, ਅਤੇ ਉਹਦਾ ਦੁੱਧ ਜਿਹੜਾ ਹੈ ਉਹ ਪੀਣ ਦੇ ਕਾਬਲ ਹੁੰਦਾ ਹੈ, ਕਿਆ ਉਹਦੇ ਨਾਲ ਬਿਮਾਰੀ ਆ ਸਕਦੀ ਹੈ ਇਨਸਾਨਾਂ 'ਚ? ਜੀ ਇਹ ਤੁਸੀਂ ਬਹੁਤ ਅੱਛਾ ਸਵਾਲ ਕੀਤਾ ਹੈ। ਇਹ ਮੈਂ ਕਲੀਅਰ ਕਰਨਾ ਚਾਹਾਂਗਾ ਕਿ ਇਸ ਬਿਮਾਰੀ ਦਾ ਇਨਸਾਨਾਂ ਦੀ ਸਿਹਤ 'ਤੇ ਚੂँਕਿ ਅਸਰ ਕੋਈ ਨਹੀਂ, ਉਹਦੇ ਅੰਦਰ ਦੁੱਧ ਦੇ ਅੰਦਰ ਅਗਰ ਕੋਈ ਵਾਇਰਸ ਹੁੰਦਾ ਹੈ ਅਤੇ ਜਦੋਂ ਦੁੱਧ ਨੂੰ ਤੁਸੀਂ ਅੱਛੀ ਤਰ੍ਹਾਂ ਉਬਾਲ ਕੇ ਇਸਤੇਮਾਲ ਕਰਦੇ ਹੋ ਨਾ, ਅਤੇ ਉਹ ਵਾਇਰਸ ਮੁਕੰਮਲ ਤੌਰ ਦੇ ਉੱਤੇ ਕਿਲ ਹੋ ਜਾਂਦਾ ਹੈ। ਲਿਹਾਜ਼ਾ ਇਸ ਨੂੰ ਤੁਸੀਂ ਦੁੱਧ ਨੂੰ ਸੇਫਲੀ ਯੂਜ਼ ਕਰ ਸਕਦੇ ਹੋ। ਅੱਛਾ ਡਾਕਟਰ ਸਾਹਿਬ, ਅਸੀਂ ਬੜੇ ਅਰਸੇ ਤੋਂ ਸੁਣਦੇ ਆ ਰਹੇ ਹਾਂ ਕਿ ਫੁੱਟ ਐਂਡ ਮਾਊਥ ਡਿਜ਼ੀਜ਼, ਮੂੰਹ ਖੁਰ ਸਾਡੇ ਭਰਾ ਜਾਣਦੇ ਨੇ ਇਸ ਨਾਂ ਤੋਂ, ਅਤੇ ਤੁਸੀਂ ਇਹ ਇਰਸ਼ਾਦ ਫਰਮਾਓ ਕਿ ਇੰਨਾ ਅਰਸਾ ਹੋ ਗਿਆ ਹੈ, ਮਤਲਬ 30 ਸਾਲ ਹੋ ਗਏ ਨੇ ਮੈਨੂੰ ਤਾਂ ਸੁਣਦੇ ਆ, ਅਤੇ ਇਹ ਹਾਲੇ ਤੱਕ ਬਿਮਾਰੀ ਖਤਮ ਨਹੀਂ ਹੋਈ? ਇਹ ਵੀ ਤੁਸੀਂ ਬੜਾ ਇੰਪੋਰਟੈਂਟ ਕੁਐਸਚਨ ਕੀਤਾ ਮੇਰੇ ਤੋਂ। ਅਸਲ ਦੇ ਵਿੱਚ ਇਸ ਬਿਮਾਰੀ ਨੂੰ ਖ਼ਤਮ ਕਰਨ ਵਾਸਤੇ ਦੁਨੀਆ 'ਚ 2 ਪਾਲਿਸੀਜ਼ ਹੁੰਦੀਆਂ ਨੇ। ਇੱਕ ਹੁੰਦੀ ਹੈ ਕਿ ਜਾਨਵਰ ਬਿਮਾਰ ਹੋਵੇ ਫੁੱਟ ਐਂਡ ਮਾਊਥ ਦੇ ਨਾਲ ਜਾਂ ਮੂੰਹ ਖੁਰ ਦੇ ਨਾਲ, ਅਤੇ ਉਸ ਨੂੰ ਮਾਰ ਮੁਕਾ ਸੁੱਟੋ, ਜਿੰਨੇ ਵੀ ਜਾਨਵਰ ਨੇ। ਸਾਡਾ ਮੁਲਕ ਚੂँਕਿ ਇਹਨੂੰ ਅਫੋਰਡ ਨਹੀਂ ਕਰ ਸਕਦਾ ਹੈ, ਕੋਈ ਡਿਵੈਲਪ ਕੰਟਰੀਜ਼ ਜਿਹੜੇ ਨੇ ਉਹਨਾਂ ਦੇ ਵਿੱਚ ਹੁੰਦਾ ਹੈ ਕਿ ਜਾਨਵਰ ਮਾਰ ਕੇ ਅਤੇ ਗੌਰਮੈਂਟ ਫਾਰਮਰ ਨੂੰ ਪੈਸੇ ਦੇਣ ਦੀ। ਸਾਡੇ ਮੁਲਕ 'ਚ ਇੱਕੋ ਹੀ ਰਸਤਾ ਹੈਗਾ ਇਸ ਬਿਮਾਰੀ ਰੋਕਣ ਦਾ, ਉਹ ਹੈਗਾ ਵੈਕਸੀਨ। ਅਸੀਂ ਵੈਕਸੀਨ ਦੇ ਰਾਹੀਂ ਇਹਨੂੰ ਰੋਕ ਸਕਦੇ ਹਾਂ। ਇਹ ਸਾਡਾ ਸੈਂਟਰ ਮਾਸ਼ਾਅੱਲਾ ਇਸ ਵਾਸਤੇ ਵੈਕਸੀਨ ਬਣਾ ਰਿਹਾ ਹੈ। ਡਾਕਟਰ ਸਾਹਿਬ, ਇਹ ਜਿਹੜੀ ਤੁਸੀਂ FM ਡਿਜ਼ੀਜ਼ ਦੀ ਬਣਾ ਰਹੇ ਹੋ ਵੈਕਸੀਨ, ਇਹਦੀ ਐਫੀਕੇਸੀ ਕਿੰਨੇ % ਹੈ? ਅਲਹਮਦੁਲਿਲਾ ਜੀ, ਮੈਂ ਇੱਕ ਹੀ ਚੀਜ਼ ਕਹਾਂਗਾ ਕਿ ਕੁਝ ਤਕਰੀਬਨ 2-3 ਮਹੀਨੇ ਤੋਂ ਬਹੁਤ ਜ਼ਿਆਦਾ ਆਊਟਬ੍ਰੇਕ ਸਨ ਫੁੱਟ ਐਂਡ ਮਾਊਥ ਦੀਆਂ, ਪੂਰੇ ਪੰਜਾਬ 'ਚ ਨਹੀਂ ਬਲਕਿ ਪੂਰੇ ਪਾਕਿਸਤਾਨ 'ਚ। ਉਹਦੀ ਇੱਕ ਮੈਂ ਅਥੈਂਟੀਕੇਟਡ ਗੱਲ ਕਰਨ ਲੱਗਾ ਕਿ ਸਾਡੀ ਵੈਕਸੀਨ ਚੂँਕਿ ਲਿਮਿਟਿਡ ਸੀ, ਲਿਹਾਜ਼ਾ ਅਸੀਂ ਆਪਣੀ ਵੈਕਸੀਨ ਨੂੰ ਇਸ ਤਰ੍ਹਾਂ ਨਹੀਂ ਕਰਾਇਆ ਕਿ ਪੂਰੇ ਪੰਜਾਬ 'ਚ ਲੱਗ ਹੀ ਨਹੀਂ ਸਕਦੀ। ਅਸੀਂ ਇੱਕ ਸ਼ੇਖੂਪੁਰਾ ਡਿਸਟ੍ਰਿਕਟ ਸਿਲੈਕਟ ਕੀਤਾ ਸੀ ਜਿਹਦੇ ਅੰਦਰ ਸਾਡੀ ਵੈਕਸੀਨ ਲੱਗਣੀ ਸੀ ਪੂਰੇ ਦੇ ਪੂਰੇ ਜਾਨਵਰਾਂ ਨੂੰ। ਅਲਹਮਦੁਲਿਲਾ ਡੇਲੀ ਰਿਪੋਰਟ ਜਨਰੇਟ ਹੋ ਰਹੀ ਹੈ ਡਾਇਰੈਕਟਰ ADDRS ਤੋਂ, ਜਿਹਦੇ 'ਚ ਪੂਰੇ ਪੰਜਾਬ ਦੀ ਪਿਕਚਰ ਸਾਹਮਣੇ ਆਉਂਦੀ। ਪਿਛਲੇ 2 ਮਹੀਨੇ ਤੋਂ ਲਗਾਤਾਰ ਸ਼ੇਖੂਪੁਰਾ ਦੇ ਅੰਦਰ ਇੱਕ ਕੇਸ ਵੀ ਜਿਹੜਾ ਨਾ ਮੂੰਹ ਖੁਰ ਦਾ ਨਹੀਂ ਆਇਆ, ਔਰ ਅਲਹਮਦੁਲਿਲਾ ਮੈਂ ਅੱਲਾਹ ਤਾਲਾ ਦੀ ਮਿਹਰਬਾਨੀ ਕਹਾਂਗਾ
ਕਿ ਸਾਡੀ ਵੈਕਸੀਨ ਨੇ ਭਰਪੂਰ ਉੱਥੇ ਕੰਮ ਕੀਤਾ। ਨਾਜ਼ਰੀਨ, ਅਸੀਂ ਹੁਣ ਅੱਗੇ ਚੱਲਨੇ ਆ, ਦੇਖਦੇ ਆ ਕਿ ਇੱਥੇ ਕੀ ਹੋ ਰਿਹਾ ਹੈ। ਜੀ ਸਲਾਮ ਅਲੈਕਮ ਜੀ। वालेकुम अस्सलाम। ਡਾਕਟਰ ਸਾਹਿਬ ਕੀ ਨਾਮ ਹੈ ਤੁਹਾਡਾ? मेरा नाम है डॉक्टर आयशा राना। ਤੇ ਡਾਕਟਰ ਸਾਹਿਬ ਤੁਸੀਂ ਇੱਥੇ ਕੀ ਕਰ ਰਹੇ ਹੋ? जी ये हमारा सेल कल्चर सेक्शन है। जैसा कि आपने मुंह खुर की बीमारी है, ये एक वायरस की बीमारी है, तो ये इसको वैक्सीन बनाने के लिए हमें ज़िंदा कोई चीज़ चाहिए होती है। यहाँ पे हम बेबी हैमस्टर किडनी सेल्स बना रहे हैं। हमारे सेक्शन में सेल कल्चर की ग्रोथ होती है, उसके बाद हम अगले सेक्शन में ट्रांसफ़र कर देते हैं जहाँ पे वायरस जो है उसमें ऐड किया जाता है। ਜੀ ਸ਼ੁਕਰੀਆ ਜੀ। ਅੱਛਾ ਡਾਕਟਰ ਸਾਹਿਬ ਇਹ ਦੱਸੋ ਕਿ ਜਿਹੜੇ ਡਾਕਟਰ ਸਾਹਿਬਾਨ ਇੱਥੇ ਕੰਮ ਕਰ ਰਹੇ ਨੇ, ਇਹਨਾਂ ਨੂੰ ਇਸ ਵਾਇਰਸ ਦਾ ਕੋਈ ਖਤਰਾ ਤਾਂ ਨਹੀਂ ਹੈ ਡਿਊਰਿੰਗ ਵੈਕਸੀਨ ਬਣਾਉਂਦੇ? ਇਸ ਵਾਇਰਸ ਦੇ ਨਾਲ ਇਹਨਾਂ ਦੀ ਸਿਹਤ ਤੇ ਐਸ ਸੱਚ ਕੋਈ ਅਸਰ ਨਹੀਂ। ਹਾਂ ਇਹ ਜ਼ਰੂਰ ਹੈ ਕਿ ਇਹ ਡਾਕਟਰ ਸਿਰਫ ਇੱਥੇ ਹੀ ਕੰਮ ਕਰਦੇ ਨੇ ਔਰ ਇੱਕ ਖਾਸ ਪ੍ਰੋਟੋਕੋਲ ਤੁਸੀਂ ਦੇਖ ਵੀ ਰਹੇ ਹੋ, ਜਿਸ ਤਰ੍ਹਾਂ ਸਾਰਿਆਂ ਨੇ ਹਿਫਾਜ਼ਤੀ ਕੁਝ ਚੀਜ਼ਾਂ ਪਾਈਆਂ ਹੋਈਆਂ ਨੇ। ਇਹਦੀ ਵਜ੍ਹਾ ਤੋਂ ਇਹਨਾਂ ਦੀ ਜਿਹੜੀ ਹੈ ਨਾ ਇਹ ਰੋਲ ਵੀ ਖਤਮ ਹੋ ਜਾਂਦਾ ਹੈ ਕਿ ਇੱਥੋਂ ਵਾਇਰਸ ਜਿਹੜਾ ਨਾ ਬਾਹਰ ਜਾ ਸਕਦਾ ਹੈ। ਅੱਛਾ ਡਾਕਟਰ ਸਾਹਿਬ ਇਹ ਮੈਂ ਦੇਖ ਰਿਹਾ ਤੁਸੀਂ ਇਹ ਸਾਰਾ ਜਿਹੜਾ ਇਹ ਕਿੱਟ ਪਾਈ ਹੈ, ਇਹਦਾ ਮਕਸਦ ਕੀ ਹੈਗਾ? ਇਹਦਾ ਮਕਸਦ ਜਨਾਬ ਦੋ ਹੈਗੇ ਨੇ ਮਕਸਦ। ਇੱਕ ਤੇ ਵੇ ਕਿ ਵਾਇਰਸ ਅਗਰ ਸਾਨੂੰ ਇੱਥੋਂ ਲੱਗਦਾ ਹੈ ਤੇ ਅਗਰ ਅਸੀਂ ਇਹ ਨਹੀਂ ਪਾਈ ਹੋਏਗੀ ਤੇ ਸਾਡੇ ਨਾਲ ਉਹ ਵਾਇਰਸ ਬਾਹਰ ਚਲਾ ਜਾਏਗਾ, ਠੀਕ ਹੈ। ਉਹਦੇ ਨਾਲ ਸਾਡੀ ਸਿਹਤ ਤੋਂ ਨਹੀਂ ਖਤਰਾ, ਲੇਕਿਨ ਇਹ ਕਿ ਅਗਰ ਕਿਸੇ ਅਸੀਂ ਫਾਰਮਰ ਨੂੰ ਮਿਲਨੇ ਆ ਬਾਹਰ ਜਾ ਕੇ, ਕਿਸੇ ਜਾਨਵਰ ਦੇ ਕੋਲ ਜਾਂਦੇ ਆ ਤੇ ਉਹ ਵਾਇਰਸ ਉਹਦੇ ਤੱਕ ਮੁੰਤਕਿਲ ਹੋ ਸਕਦਾ ਹੈ। ਨੰਬਰ 2 ਚੀਜ਼ ਕਿ ਚੂँਕਿ ਤੁਹਾਨੂੰ ਪਤਾ ਹੈ ਕਿ ਇਨਸਾਨੀ ਜਿਸਮ ਦੇ ਉੱਤੇ ਨਾਰਮਲ ਹਾਲਾਤ 'ਚ ਵੀ ਕਾਫੀ ਸਾਰੇ ਜਰਾਸੀਮ ਫਿਰ ਰਹੇ ਹੁੰਦੇ ਨੇ, ਹੱਥਾਂ ਦੇ ਉੱਤੇ ਹੁੰਦੇ ਨੇ, ਕੱਪੜਿਆਂ 'ਤੇ ਹੁੰਦੇ ਨੇ, ਸਾਂਸ ਨਾਲ ਹੁੰਦੇ ਨੇ। ਇਹ ਅਗਰ ਅਸੀਂ ਇਸ ਤਰ੍ਹਾਂ ਆਵਾਂਗੇ, ਐਸਾ ਚ ਨਹੀਂ ਪਾ ਕੇ ਆਵਾਂਗੇ ਤੇ ਸਾਡੇ ਜਿਹੜੇ ਬੈਕਟੀਰੀਆ ਵਗੈਰਾ ਜਾਂ ਕੋਈ ਹੋਰ ਵਾਇਰਸ ਕੈਰੀ ਕਰਨੇ ਆ ਤੇ ਉਹ ਇੱਥੇ ਅਸੀਂ ਉਹਨਾਂ ਨੂੰ ਇਸ ਵੈਕਸੀਨ ਦੇ ਅੰਦਰ ਮੁੰਤਕਿਲ ਕਰਾਂਗੇ ਤੇ ਵੈਕਸੀਨ ਦੀ ਕੁਆਲਿਟੀ ਵੀ ਖਰਾਬ ਹੋਏਗੀ ਤੇ ਮਜ਼ੀਦ ਬਰਾਂ ਇਹ ਕਿ ਕੋਈ ਹੋਰ ਬਿਮਾਰੀ ਜਾਨਵਰਾਂ ਦੇ ਅੰਦਰ ਲੱਗ ਸਕਦੀ ਹੈ। ਨਾਜ਼ਰੀਨ, ਮੇਰਾ ਕੈਮਰਾ ਦਿਖਾ ਰਿਹਾ ਹੈ ਕਿ ਤੁਸੀਂ ਇਹ ਦੇਖ ਰਹੇ ਹੋ ਕਿ ਇਸ ਵੇਲੇ ਵੈਕਸੀਨ ਦਾ ਜਿਹੜਾ ਅਮਲ ਹੈ ਇਹ ਜਾਰੀ ਹੈ, ਇਹ ਪ੍ਰੋਸੈਸ ਹੋ ਰਿਹਾ ਹੈ। ਇਹ ਡਾਕਟਰ ਸਾਹਿਬਾਨ ਜਿਹੜੇ ਨੇ ਇਹ ਤਿਆਰ ਕਰ ਰਹੇ ਨੇ। ਇਹ ਜਿਹੜਾ ਮਟੀਰੀਅਲ ਹੈ ਤੁਸੀਂ ਰੈੱਡ ਕਲਰ 'ਚ ਦੇਖ ਰਹੇ ਹੋ ਤੇ ਇਹ ਇਨੀਸ਼ੀਅਲ ਸਟੇਜ ਹੈ। ਇਸ ਤੋਂ ਬਾਅਦ ਇਹਦੀ ਪ੍ਰੈਪਰੇਸ਼ਨ ਜਿਹੜੀ ਹੈ ਇਹ ਮਜ਼ੀਦ ਅੱਗੇ ਹੋਏਗੀ ਤੇ ਫਿਰ ਇਹ ਵੈਕਸੀਨ ਮੁਕੰਮਲ ਤਿਆਰ ਹੋ ਕੇ ਤੇ ਤਕਰੀਬਨ 80 ਲੱਖ ਡੋਜ਼ਿਸ ਤਿਆਰ ਕਰਕੇ ਤੇ ਪੂਰੇ ਮੁਲਕ ਦੇ ਵਿੱਚ ਫੈਲਾ ਦਿੱਤੀਆਂ ਜਾਣਗੀਆਂ। ਡਾਕਟਰ ਫਾਰੂਕ ਯੂਸਫ ਸਾਹਿਬ, ਤੁਸੀਂ ਸਾਨੂੰ ਕੀ ਦਿਖਾ ਰਹੇ ਹੋ? ਇਹ ਮਸ਼ੀਨ ਅਸੀਂ ਇਹਨੂੰ ਇਨਕਿਊਬੇਟਰ ਕਹਿੰਦੇ ਆ। ਅਸੀਂ ਇਹਦੇ ਵਿੱਚ ਆਪਣੀ ਜਿਹੜੀ ਫਲਾਸਕ ਹੈ ਅਸੀਂ ਉਹਦੇ ਉਹ ਰੱਖੀ ਹੋਈ ਹੈ ਕਿ ਜਿਸ ਤਰ੍ਹਾਂ ਤੁਹਾਨੂੰ ਮਾਲੂਮ ਹੈ ਕਿ ਇਹ ਜਿਹੜਾ ਪਹਿਲਾ ਸੈਕਸ਼ਨ ਤੁਸੀਂ ਵਿਜ਼ਿਟ ਕੀਤਾ ਹੈ ਸੈੱਲ ਕਲਚਰ ਸੈਕਸ਼ਨ ਹੈ। ਸੈੱਲ ਕਲਚਰ ਸੈਕਸ਼ਨ ਆਪਣੇ ਜਿਤਨੇ ਵੀ ਸੈੱਲਸ ਨੇ ਉਹ ਸਾਨੂੰ ਇਨ ਫਲਾਸਕ ਵਿੱਚ ਕਲਚਰ ਕਰਕੇ ਭੇਜ ਦਿੰਦੇ ਨੇ। ਅੱਗੇ ਫਿਰ ਸਾਡਾ ਕੰਮ ਸ਼ੁਰੂ ਹੋ ਜਾਂਦਾ। ਸਾਡਾ ਜਿਹੜਾ ਸੈਕਸ਼ਨ ਹੈ ਉਹ ਬੇਸਿਕਲੀ ਹੈ ਵਾਇਰਸ ਕਲਚਰ ਸੈਕਸ਼ਨ। ਅਸੀਂ 3 ਵਾਇਰਸ ਜਿਹੜੇ ਨੇ ਉਹਨਾਂ ਦੀ ਇਨਫੈਕਸ਼ਨ ਦੇਣੇ ਆ ਇਹਨਾਂ ਫਲਾਸਕ ਵਿੱਚ। ਸਾਨੂੰ ਕੱਲ 400 ਫਲਾਸਕ ਮਿਲੀਆਂ ਨੇ ਤੇ ਅਸੀਂ ਹਰ ਫਲਾਸਕ ਜਿਹੜਾ ਨਾ ਆਪਣਾ ਮੀਡੀਆ ਤੇ ਵਾਇਰਸ ਉਹ ਅਸੀਂ ਇਨੋਕੂਲੇਟ ਕਰਕੇ ਅਸੀਂ ਇਨਕਿਊਬੇਟ ਕੀਤਾ ਤੇ ਹੁਣ ਅਸੀਂ ਇੱਕ ਫਲਾਸਕ ਚੁੱਕ ਕੇ ਅਸੀਂ ਚੈੱਕ ਕਰਦੇ ਹਾਂ ਕਿ ਇਹ ਪੂਰੀ ਦੀ ਪੂਰੀ ਜਿਹੜੀ ਹੈ ਇੱਥੇ ਪਹਿਲੇ ਸੈੱਲ ਸੀ। 18 ਘੰਟੇ ਬਾਅਦ ਵਾਇਰਸ ਨੇ ਆਪਣਾ ਕੰਮ ਕੀ ਕੀਤਾ, ਸਾਰੀ ਦੀ ਸਾਰੀ ਜਿਹੜੀ ਲੇਅਰ ਹੈ ਉਹ ਅਸੀਂ ਉਖਾੜ ਦਿੱਤੀ ਹੈ ਤੇ ਸਾਰੇ ਮੀਡੀਆ 'ਚ ਆ ਗਿਆ ਹੈਗਾ। ਤੇ ਇਹਦਾ ਮਤਲਬ ਹੈ ਕਿ ਜਿਹੜਾ ਹੈ 18 ਘੰਟੇ ਬਾਅਦ ਸਾਡੀ ਜਿਹੜੀ CPE ਹੈ ਸਾਈਟੋਪੈਥਿਕ ਇਫੈਕਟ ਉਹ ਆ ਗਿਆ। ਤੇ ਇਸ ਤੋਂ ਬਾਅਦ ਅਗਲਾ ਸਟੈਪ ਹੈ ਮਾਈਕਰੋਸਕੋਪਿਕਲੀ ਇਹਨੂੰ ਅਸੀਂ ਚੈੱਕ ਕਰ ਲੈਂਦੇ ਹਾਂ ਕਿ ਮਾਈਕਰੋਸਕੋਪਿਕਲੀ ਬੇਸਿਕਲੀ ਜਿਹੜੇ ਸਾਡੇ ਸੈੱਲ ਨੇ ਉਹ ਫਲੈਟ ਹੁੰਦੇ ਨੇ, ਸਪਿੰਡਲ ਸ਼ੇਪ। ਤੇ 18 ਘੰਟੇ ਬਾਅਦ ਜਦੋਂ ਆਪਣਾ ਕੰਮ ਹੋ ਜਾਂਦਾ, ਸਾਈਟੋਪੈਥਿਕ ਇਫੈਕਟ ਆ ਜਾਂਦਾ ਤੇ ਸੈੱਲਸ ਜਿਹੜੇ ਨੇ ਉਹ ਰਾਊਂਡ ਹੋ ਜਾਂਦੇ ਨੇ, ਗੋਲ ਗੋਲ। ਇਹਦੀ ਇੱਕ ਦੂਸਰੀ ਇਹ ਨਿਸ਼ਾਨੀ ਹੈ ਕਿ ਤੁਹਾਡਾ ਵਾਇਰਸ ਠੀਕ ਹੈ, CP ਆ ਗਈ ਹੈ। ਚਲੋ ਅਸੀਂ ਹੁਣ ਮਾਈਕਰੋਸਕੋਪ 'ਚ ਚੱਲ ਕੇ ਦੇਖਦੇ ਹਾਂ। ਅੱਛਾ ਡਾਕਟਰ ਸਾਹਿਬ, ਪਹਿਲੇ ਮੈਂ ਦੇਖ ਰਿਹਾ ਸਾਂ ਪਹਿਲੇ ਸੈਕਸ਼ਨ ਦੇ ਵਿੱਚ ਕਿ ਮਾਈਕਰੋਸਕੋਪਿਕਲੀ ਅਸੀਂ ਦੇਖ ਰਹੇ ਸਾਂ, ਆਬਜ਼ਰਵ ਕਰ ਰਹੇ ਸਾਂ ਤੇ ਇੱਥੇ ਅਸੀਂ ਮਾਈਕਰੋਸਕੋਪਿਕਲੀ ਡਿਟੈਕਟ ਕਰ ਰਹੇ ਹਾਂ। ਤੁਸੀਂ ਕੀ ਫਰਮਾਓਗੇ ਇਹਦੇ ਬਾਰੇ?
सर इसमें ये है कि हम डिटेल स्टडी जो है सेल्स, ज़ाहिर है हमें नेकेड आई से वैसे तो हम उसकी लेयर को स्टडी कर लेते हैं, लेकिन माइक्रोस्कोपिकली हम उसके सीपी को, उसके जॉइंट सेल्स को, उसके जो राउंडिंग है या जो भी उसकी जो साइटोपैथिक इफेक्ट, बेसिकली मकसद हमारा साइटोपैथिक इफेक्ट को स्टडी करना है, वो हम माइक्रोस्कोपिकली करते हैं। तो इसके लिए माइक्रोस्कोप यूज़ कर रहे हैं। मैनुअली भी हमें वैसे विद एक्सपीरियंस टाइम के साथ साथ हमें पता चल जाता है कि लेयर नीचे आ रही है, सेल्स को वायरस ने इफेक्ट कर दिया है, लेकिन माइक्रोस्कोप उसमें ज़्यादा हेल्पफुल है, तो इसीलिए हम इसको माइक्रोस्कोपिकली ऑब्जर्व करते हैं। ਅੱਛਾ ਡਾਕਟਰ ਸਾਹਿਬ ਮਾਸ਼ਾਅੱਲਾ ਤੁਸੀਂ ਫੁੱਟ ਐਂਡ ਮਾਊਥ ਡਿਜ਼ੀਜ਼ ਦੇ ਉੱਤੇ ਕੰਮ ਕਰ ਰਹੇ ਹੋ ਤੇ ਜਿਹੜੇ ਨਾਜ਼ਰੀਨ ਇਸੇ ਸਾਡਾ ਪ੍ਰੋਗਰਾਮ ਮੁਲਾਜ਼ਾ ਕਰ ਰਹੇ ਨੇ, ਤੁਸੀਂ ਕੋਈ ਅਲਾਮਤਾਂ ਦੱਸਣੀ ਪਸੰਦ ਕਰੋਗੇ ਕਿ ਜਾਨਵਰਾਂ 'ਚ ਕਿਸ ਕਿਸਮ ਦੀ ਅਲਾਮਤਾਂ ਰੂਨਮਾ ਹੁੰਦੀਆਂ ਜਿੱਥੋਂ ਪਤਾ ਚੱਲਦਾ ਹੈ ਕਿ ਇਹਨਾਂ ਨੂੰ ਫੁੱਟ ਐਂਡ ਮਾਊਥ ਜਾਂ ਮੂੰਹ ਖੁਰ ਦਾ ਮਰਜ਼ ਹੋ ਗਿਆ ਹੈ? सर जैसा कि इस बीमारी का नाम ही साबित कर रहा है, फुट एंड माउथ, तो जो जानवर जो कि क्लूवन फुटेड एनिमल्स यानी कि जिनके खुर होते हैं, उन जानवरों में ये बीमारी आती है, ये वायरस इफेक्ट करता है, और ख़ास तौर पे उनके मुंह को और उनके पाँव को, वहाँ पे उनके छाले बन जाते हैं, मुंह में उनकी रालें टपकती हैं, उनके खाने पीने में मुश्किल होती है, दूध देने वाले जानवरों में दूध की प्रोडक्शन कम हो जाती है, और जो हामला जो प्रेग्नेंट एनिमल्स हैं उनके अंदर अबॉर्शन होने का चांस होता है। छोटे जानवरों के अंदर इसका मोर्टेलिटी का यानी कि शरह अमवात ज़्यादा है, लेकिन बड़े जानवरों के अंदर डिजीज़ यानी कि मोर्टेलिटी तो नहीं होती लेकिन मॉर्बिडिटी ज़्यादा होती है, जिसकी वजह से बेसिक लॉस उनकी जो क्वालिटी मीट की है वो डिस्टर्ब हो जाती है और मिल्क की प्रोडक्शन इफेक्ट होती है। तो इसमें यही है कि जानवर जो भी हैं उनको सही तरीके से, एक तो ये कि वैक्सीन लाजमी, जो भी फार्मर है उनके लिए यही मशवरा है कि जब भी जानवरों को रखें तो उनको प्रॉपर उनके टाइम पे वैक्सीन भी करवाएं, उसका बूस्टर भी करवाएं। ਯਾਨੀ ਤੁਹਾਡਾ ਮਤਲਬ ਹੈ ਕਿ ਹਿਫਾਜ਼ਤੀ ਟੀਕੇ ਜਿਹੜੇ ਨੇ ਉਹ ਮੂੰਹ ਖੁਰ ਦੇ ਲਵਾਉਣੇ ਚਾਹੀਦੇ ਨੇ? बहुत ज़रूरी है, और ना सिर्फ लगवाने चाहिए बल्कि उसका बूस्टर भी लगवाना चाहिए, और जब उसका टाइम दोबारा से रिपीट हो तो उसको दोबारा से वैक्सीनेट करवाएं। ये नहीं कि एक दफ़ा वैक्सीनेट करवा के तो आप कहें जी अब बीमारी नहीं आएगी, क्योंकि ये बीमारी ऐसी है जो हवा के ज़रिए से ट्रांसबॉर्न डिजीज़ है और ये मूव करता है वायरस बहुत तेज़ी से, इसलिए इसकी हिफाजत जो है वो बहुत ज़रूरी है। अगर अपने जानवरों को बचाना है, दूध की प्रोडक्शन बढ़ानी है, गोश्त की प्रोडक्शन बढ़ानी है, तो हिफाजती टीके और उसके अलावा उनकी मैनेजमेंट, यानी कि अगर कोई बीमार जानवर आपके हर्ड में आ गए हैं तो आपने उनको अलहदा करना है, उनकी मैनेजमेंट है, उनके सफाई पाँव की, उनके मुंह की, छालों की, क्योंकि इसके अंदर वायरस है। वायरस की वजह से आप उसको एंटीबायोटिक एज ए सपोर्टिव ट्रीटमेंट तो दे सकते हो, लेकिन एंटीवायरल तो आप इसके अंदर यही है कि आप इंटरनली उनका इम्यून सिस्टम मजबूत हो ताकि वो इंटरनली उस बीमारी को फेस कर सकें। ਜੀ ਬਹੁਤ ਸ਼ੁਕਰੀਆ ਜੀ। ਨਾਜ਼ਰੀਨ, ਫੁੱਟ ਐਂਡ ਮਾਊਥ ਡਿਜ਼ੀਜ਼ ਸੈਂਟਰ ਅਸੀਂ ਮੌਜੂਦ ਹਾਂ ਤੇ ਹੁਣ ਅਸੀਂ ਅਗਲੇ ਸੈਕਸ਼ਨ ਚੱਲਨੇ ਆ। ਡਾਕਟਰ ਖਾਜਾ ਸਾਹਿਬ, ਇਹ ਪ੍ਰੋਸੈਸ ਜਿਹੜਾ ਹੈ ਇਹ ਸਾਡੇ ਨਾਜ਼ਰੀਨ ਦੱਸੋ ਕਿ ਇਹ ਕੀ ਬਣ ਰਿਹਾ? ਜੀ ਡਾਕਟਰ ਸਾਹਿਬ, ਅਸੀਂ ਇਸ ਤੋਂ ਪਹਿਲੇ ਆਏ ਸਾਂ ਵਾਇਰਸ ਕਲਚਰ ਸੈਕਸ਼ਨ 'ਚੋਂ। ਵਾਇਰਸ ਕਲਚਰ 'ਚ ਜਦੋਂ ਵਾਇਰਸ ਹਾਰਵੈਸਟ ਹੋ ਕੇ ਇੱਥੇ ਆ ਜਾਂਦਾ, ਫਿਰ ਇਹਦੇ ਅੰਦਰ ਆਇਲ ਮਿਲਾਇਆ ਜਾਂਦਾ। ਆਇਲ ਮਿਲਾ ਕੇ ਇਹਦੀ ਫਾਰਮੂਲੇਸ਼ਨ ਕੰਪਲੀਟ ਹੁੰਦੀ ਹੈ, ਕੁਝ ਹੋਰ ਪ੍ਰੀਜ਼ਰਵੇਟਿਵ ਵੀ ਵਿੱਚ ਪੈਂਦੇ ਨੇ। ਉਸ ਤੋਂ ਬਾਅਦ ਇਹ ਫਿਰ ਫਿਲਿੰਗ ਦਾ ਮਰਹਲਾ ਸ਼ੁਰੂ ਹੁੰਦਾ। ਇਹ ਸਾਡੇ ਕੋਲ ਸੈਮੀ ਆਟੋਮੈਟਿਕ ਫਿਲਿੰਗ ਮਸ਼ੀਨ ਹੈ, ਜਿਹਦੇ ਅੰਦਰ ਅਸੀਂ 1 ਮਿੰਟ ਦੇ ਵਿੱਚ ਤਕਰੀਬਨ ਕੋਈ 60 ਤੋਂ 65 ਬੋਤਲਾਂ ਜਿਹੜੀਆਂ ਨੇ 1 ਮਿੰਟ ਦੇ ਅੰਦਰ ਫਿਲ ਹੋ ਜਾਂਦੀਆਂ ਨੇ। ਅਸੀਂ ਇਹ ਤੁਸੀਂ ਦੇਖ ਰਹੇ ਹੋ ਕਿ ਬੋਤਲਾਂ ਉੱਧਰੋਂ ਆ ਰਹੀਆਂ ਨੇ, ਇੱਥੇ ਇਹ ਬੰਦੇ ਕੰਮ ਕਰ ਰਹੇ ਨੇ, ਇਹਦੀ ਸਪੀਡ ਵੀ ਕੰਟਰੋਲ ਕਰਦੇ ਨੇ। ਇੱਥੋਂ ਇਹ ਫਿਲਿੰਗ ਹੋ ਰਹੀ ਹੈ, ਉਸ ਤੋਂ ਬਾਅਦ ਉਹਦੀ ਫਿਰ ਕੈਪਿੰਗ ਹੋਏਗੀ, ਉਸ ਤੋਂ ਬਾਅਦ ਉਹਦੀ ਸੀਲਿੰਗ ਹੋਏਗੀ। ਸੀਲਿੰਗ ਤੋਂ ਬਾਅਦ ਫਿਰ ਇਹ ਬੋਤਲ ਉੱਤੇ ਇਕੱਠੀ ਹੋ ਕੇ ਅਸੀਂ ਫਿਰ ਉਸ ਤੋਂ ਬਾਅਦ ਜਾਵਾਂਗੇ ਉੱਥੇ ਨਵੇਂ ਸੈਕਸ਼ਨ ਜਿੱਥੇ ਇਹਦੀ ਫਿਰ ਲੇਬਲਿੰਗ ਹੋਏਗੀ। ਇਨ ਦਾ ਮੇਨ ਟਾਈਮ ਜਦੋਂ ਇਹ ਬੋਤਲ ਉੱਥੋਂ ਤਿਆਰ ਹੁੰਦੀ ਹੈ, ਇਹ ਦੇਖੋ ਤੁਸੀਂ, ਇਹਦੀ ਇਹ ਪ੍ਰਿੰਟਿੰਗ ਹੋ ਰਹੀ ਹੈ ਇੱਥੋਂ। ਇਹ ਪ੍ਰਿੰਟਿੰਗ ਮਸ਼ੀਨ ਲੱਗੀ ਹੈ, ਲੇਜ਼ਰ ਪ੍ਰਿੰਟਰ ਹੈਗਾ ਸਾਡਾ। ਇਹ ਲੇਜ਼ਰ ਪ੍ਰਿੰਟਿੰਗ ਦੇ ਨਾਲ ਹਰ ਬੋਤਲ ਦੇ ਉੱਤੇ ਉਹਦੀ ਤਾਰੀਖ ਮੈਨੂਫੈਕਚਰ, ਤਾਰੀਖ ਐਕਸਪਾਇਰੀ ਔਰ ਉਸ ਤੋਂ ਬਾਅਦ ਉਹਦਾ ਬੈਚ ਨੰਬਰ ਉਹ ਲਿਖਿਆ ਜਾਂਦਾ ਹੈ, ਤਾਂ ਕਿ ਇਹ ਸਾਡਾ ਜਿਹੜਾ ਰਿਕਾਰਡ ਹੈ ਨਾ ਇਹ ਆਟੋਮੈਟਿਕਲੀ। ਇਹ ਇਸ ਤੋਂ ਪਹਿਲਾਂ ਨਾ ਮੈਂ ਤੁਹਾਨੂੰ ਦੱਸਿਆ ਕਿ ਇਹ ਸੈਂਟਰ ਜਦੋਂ ਸ਼ੁਰੂ ਹੀ ਬਣਿਆ ਸੀ ਨਾ, ਇਹ ਸਾਰੀਆਂ ਚੀਜ਼ਾਂ ਅਸੀਂ ਹੱਥ ਦੇ ਨਾਲ ਕਰਦੇ ਸੀ, ਪੈਨ ਦੇ ਨਾਲ ਲਿਖਦੇ ਸੀ, ਸਟਿੱਕਰਾਂ ਦੇ ਸਾਈਨ ਹੁੰਦੇ ਸੀ, ਲੇਕਿਨ ਉਹਦੀ ਵਜ੍ਹਾ ਐਸੀ ਕਿ ਅਸੀਂ ਫਿਰ ਬਹੁਤ ਪਿੱਛੇ ਸੀ। ਤਕਰੀਬਨ ਅਸੀਂ ਸਾਲ ਦੀ 1 ਮਿਲੀਅਨ ਡੋਜ਼ ਵੀ ਪੂਰੀ ਨਹੀਂ ਸੀ ਬਣਾ ਸਕਦੇ। ਹੁਣ ਇਹਨਾਂ ਸਹੂਲਤਾਂ ਦੀ ਵਜ੍ਹਾ ਤੋਂ ਸਾਡੀ ਚੂँਕਿ ਕਾਫੀ ਪ੍ਰੋਗਰੈਸ ਇਨਕਰੀਜ਼ ਹੋਈ ਹੈ, ਗੌਰਮੈਂਟ ਨੇ ਸਾਨੂੰ ਫੰਡ ਵੀ ਦਿੱਤੇ ਨੇ, ਅਤੇ ਅਸੀਂ ਆਪਣੀ ਪ੍ਰੋਡਕਸ਼ਨ ਜਿਹੜੀ ਉਹ 80 ਲੱਖ ਡੋਜ਼ 'ਤੇ ਲੈ ਗਏ। ਜੀ ਡਾਕਟਰ ਸਾਹਿਬ, ਤੁਹਾਡਾ ਕੀ ਨਾਮ ਹੈ? ਮੇਰਾ ਨਾਮ ਸਰ ਡਾਕਟਰ ਸ਼ੌਕਤ ਹੈ, ਮੈਂ ਇੱਥੇ ਇੰਚਾਰਜ ਫਿਲਿੰਗ ਯੂਨਿਟ ਦਾ ਇੰਚਾਰਜ ਹਾਂ। ਡਾਕਟਰ ਸਾਹਿਬ ਨੇ ਕਾਫੀ ਤੁਹਾਨੂੰ ਤਫਸੀਲ ਨਾਲ ਦੱਸਿਆ ਹੈ, ਮਜ਼ੀਦ ਤੁਹਾਨੂੰ ਦੱਸਣਾ ਹੈ। ਇਹ ਸਾਡਾ ਇੰਕਜੈਕਟ ਪ੍ਰਿੰਟਰ ਹੈ, ਇਹ ਦੱਸ ਰਿਹਾ ਕਿ ਕਿੰਨੀਆਂ ਬੋਤਲਾਂ ਭਰੀਆਂ ਜਾਂਦੀਆਂ ਔਰ ਬੈਚ ਨੰਬਰ ਇੱਥੇ ਲਿਖਿਆ ਜਾਂਦਾ ਹੈ, ਮੈਨੂਫੈਕਚਰਿੰਗ ਡੇਟ ਲਿਖੀ ਜਾਂਦੀ ਹੈ, ਐਕਸਪਾਇਰੀ ਡੇਟ ਲਿਖੀ ਜਾਂਦੀ ਹੈ। ਉਸ ਤੋਂ ਬਾਅਦ ਇਹ ਜਿਸ ਵਕਤ ਫਿਲਿੰਗ ਹੋ ਜਾਂਦੀ ਹੈ, ਅਸੀਂ ਇਹਨੂੰ ਲੈ ਜਾਂਦੇ ਹਾਂ ਰੈਪਿੰਗ ਸੈਕਸ਼ਨ, ਜਿੱਥੇ ਇਹਦੀ ਲੇਬਲਿੰਗ ਹੁੰਦੀ ਹੈ। ਲੇਬਲਿੰਗ ਤੋਂ ਬਾਅਦ ਇਹਦੀ ਅਸੀਂ ਬਲਿਸਟਰ ਪੈਕਿੰਗ ਕਰੀ ਦੀ ਹੈ।
ਬਲਿਸਟਰ ਪੈਕਿੰਗ ਤੋਂ ਬਾਅਦ ਫਿਰ ਇਹਨੂੰ ਫਾਈਨਲੀ ਜਿਸ ਹੋ ਜਾਂਦੀ ਅਸੀਂ ਕੋਲਡ ਸਟੋਰੇਜ ਰੂਮ ਲੈ ਜਾਂਦੇ ਜਦੋਂ 4 ਡਿਗਰੀ ਸੈਂਟੀਗ੍ਰੇਡ ਟੈਂਪਰੇਚਰ ਹੁੰਦਾ ਹੈ ਉੱਥੇ ਅਸੀਂ ਵੈਕਸੀਨ ਨੂੰ ਜਿੰਨੀ ਦੇਰ ਤੱਕ ਮਰਜ਼ੀ ਰੱਖ ਸਕਦੇ ਹਾਂ ਕਮ ਸੇ ਕਮ। ਔਰ ਸਾਡੇ ਕੋਲ 16 ਲੱਖ ਯਾਨੀ ਜਿਹੜੀ ਅਸੀਂ ਵੈਕਸੀਨ ਜਿਹੜੀ ਐਟ ਅ ਟਾਈਮ ਸਟੋਰ ਕਰ ਸਕਦੇ ਹਾਂ ਅਲਹਮਦੁਲਿਲਾ। ਡਾਕਟਰ ਸ਼ੌਕਤ ਸਾਹਿਬ, ਇਹ ਹੁਣ ਤੁਸੀਂ ਸਾਨੂੰ ਕਿੱਥੇ ਲੈ ਕੇ ਜਾ ਰਹੇ ਹੋ, ਕਿਹੜਾ ਸੈਕਸ਼ਨ? ਸਰ ਇਹ ਵੈਕਸੀਨ ਦੀ ਆਖਰੀ ਸਟੇਜ ਹੈਗੀ ਜਿੱਥੇ ਅਸੀਂ ਵੈਕਸੀਨ ਨੂੰ ਸਟੋਰ ਕਰਨੇ ਆ। ਇਹਦਾ ਟੈਂਪਰੇਚਰ ਮੇਨ ਕਰੀਦਾ 4 to 8 ਡਿਗਰੀ ਸੈਂਟੀਗ੍ਰੇਡ। ਇਹ ਕੋਲਡ ਸਟੋਰੇਜ ਰੂਮ ਹੈ ਸਰ ਸਾਡਾ। ਇਹਦੀ ਕਪੈਸਿਟੀ 16 ਲੱਖ ਅਸੀਂ ਵੈਕਸੀਨ ਜਿਹੜੀ ਨੇ ਐਟ ਅ ਟਾਈਮ ਅਸੀਂ ਇਹਨੂੰ ਰੱਖ ਸਕਦੇ ਹਾਂ। ਨਾਜ਼ਰੀਨ, ਤੁਸੀਂ ਅੱਜ ਦਾ ਪ੍ਰੋਗਰਾਮ ਮੁਲਾਜ਼ਾ ਕੀਤਾ। ਇਹ ਜਿਹੜੀ ਫੁੱਟ ਐਂਡ ਮਾਊਥ ਡਿਜ਼ੀਜ਼ ਹੈ, ਜਿਹਨੂੰ ਅਸੀਂ ਮੂੰਹ ਖੁਰ ਦੀ ਬਿਮਾਰੀ ਕਹਿੰਦੇ ਆ, ਇਹ ਮਾਹਿਰੀਨ ਨੇ ਦੱਸਿਆ ਕਿ ਇਹ ਵੱਡੇ ਜਾਨਵਰਾਂ ਦੀ ਬਿਮਾਰੀ ਹੈ ਔਰ ਵਾਇਰਸ ਦੇ ਨਾਲ ਫੈਲਦੀ ਹੈ। ਅਤੇ ਜਿਵੇਂ ਸਿਆਣੇ ਕਹਿੰਦੇ ਨੇ ਕਿ ਜਿਹੜਾ ਪਰਹੇਜ਼ ਹੈ ਇਲਾਜ ਕੋਲੋਂ ਬਿਹਤਰ ਹੁੰਦਾ ਹੈ। ਇਹਦੀ ਥੋੜ੍ਹੀ ਜਿਹੀ ਕੀਮਤ ਹੈ। ਅਗਰ ਅਸੀਂ ਹਿਫਾਜ਼ਤੀ ਟੀਕੇ ਆਪਣੇ ਜਾਨਵਰਾਂ ਨੂੰ ਲਵਾ ਲਈਏ ਤਾਂ ਸਾਡੇ ਜਾਨਵਰ ਜਿਹੜੇ ਨੇ ਉਹ ਇਸ ਬਿਮਾਰੀ ਤੋਂ ਨਾ ਸਿਰਫ ਮਹਿਫੂਜ਼ ਹੋ ਜਾਂਦੇ ਨੇ, ਬਲਕਿ ਉਹਨਾਂ ਦੀ ਪੈਦਾਵਾਰੀ ਸਲਾਹੀਤਾਂ ਵੀ ਜਿਹੜੀਆਂ ਮੁਤਾਸਰ ਨਹੀਂ ਹੁੰਦੀਆਂ। ਇਹਦੇ ਨਾਲ ਹੀ ਸਾਡੇ ਅੱਜ ਦੇ ਪ੍ਰੋਗਰਾਮ ਦਾ ਵੇਲਾ ਮੁੱਕਦਾ ਹੈ। ਇਜਾਜ਼ਤ ਦਿਓ। ਅੱਲਾ ਬੇਲੀ।